ਚਾਈਨਾ ਨੇ ਨਾਲੇ ਨਾਲੇ ਆਣ ਕੇ ਸਾਨੂੰ ਘੇਰਾ ਪਾ ਲਿਆ। ਉੱਥੋਂ ਸਾਨੂੰ ਸਾਡੇ CEO ਨੇ ਆਰਡਰ ਦਿੱਤਾ ਵਿਡਰਾ ਹੋਣ ਦਾ ਵਾਸਤੇ। ਮੈਂ ਉਹਲੇ CEO ਦਾ ਡਰਾਈਵਰ ਸੀ। ਦਲਾਈ ਲਾਮੇ ਦੀ ਰਾਜਧਾਨੀ 'ਚ ਲੈ ਗਏ ਲਾਸ਼ਾਂ, ਉੱਥੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਡਾਕਟਰ ਮਨਮੋਹਨ ਸਿੰਘ ਉਦੋਂ ਬਾਅਦ ਇਹ ਆਏ, ਇਹਨਾਂ ਨੇ ਆਣ ਕੇ ਰੰਗਦੇ ਵਾਲਾ ਕੰਮ ਸ਼ੁਰੂ ਕਰ ਦਿੱਤਾ। ਵੀ ਕਿਤੇ ਨਾ ਕਿਤੇ ਫਿਕਰ ਆ ਕਿ ਤੁਹਾਡੇ 4 ਕਿੱਲੇ ਜਿਹੜੇ ਹੈਗੇ ਆ ਉਹ ਨਾ ਹੋਵੇ ਸਾਡੇ ਪੋਤੇ ਸਾਨੂੰ ਬਾਅਦ 'ਚ ਗਾਲਾਂ ਕੱਢਣ। ਕੋਈ ਗੱਲ ਨਹੀਂ, ਸਾਡੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ। ਆਪਾਂ ਹੁਣ ਥੋੜੇ ਦਿਨ ਪਹਿਲੇ ਸਾਡੇ ਪੇਪਰ ਖਤਮ ਹੋਏ ਆ, ਇੱਥੇ ਪੇਪਰ ਦਿੱਤੇ ਆਪਾਂ। ਹਾਂ, ਕੱਲ ਹੀ ਪੇਪਰ ਖਤਮ ਹੋਏ ਆ, ਇੱਥੇ ਆਪਾਂ ਪੇਪਰ ਦਿੱਤੇ ਸਾਰੇ। ਮੋਰਚੇ ਤੇ ਪੇਪਰ ਦਿੱਤੇ ਹੋਏ? ਹਾਂਜੀ, ਮੋਰਚੇ ਤੇ ਸਾਰੇ ਪੇਪਰ ਦਿੱਤੇ ਆ। ਸਰਕਾਰ ਤਾਂ ਕਹਿੰਦੀ ਅਸੀਂ ਨਹੀਂ ਵਾਪਸ ਕਰਨੇ ਕਾਨੂੰਨ। ਆਪਾਂ ਕਰਾਣੇ ਆ ਕਿ ਦੇਖੋ ਬੇਟਾ, ਉੱਥੇ ਸਾਨੂੰ ਸੱਟਾਂ ਵੀ ਲੱਗ ਸਕਦੀਆਂ, ਸਾਨੂੰ ਗੋਲੀ ਵੀ ਚੱਲ ਸਕਦੀ ਆ, ਤੇ ਅਸੀਂ ਘਰ ਵਾਪਸ ਵੀ ਨਹੀਂ ਆ ਸਕਦੇ, ਹੈ ਨਾ। ਐਦਾਂ ਹੋ ਸਕਦਾ ਆ। ਇਹ ਵੀ ਹੋ ਸਕਦਾ ਕਿ ਸਾਨੂੰ ਭੁੱਖੇ ਵੀ ਰਹਿਣਾ ਪਵੇ। ਪਰ ਬੱਚੇ ਕਹਿੰਦੇ ਸੀ ਕਿ ਅਸੀਂ ਜਾਣਾ ਆ, ਜੇ ਆਪਾਂ ਮਰ ਜਾਵਾਂਗੇ ਤੇ ਕੋਈ ਗੱਲ ਨਹੀਂ। ਮੰਮਾ, ਮੇਰੀ ਬੇਟੀ ਨੇ ਬੋਲਿਆ ਸੀਗਾ ਕਿ ਮੰਮਾ ਜੇ ਗੋਲੀ ਚੱਲੇਗੀ ਤੇ ਸਭ ਤੋਂ ਅੱਗੇ ਮੈਂ ਹੋਵਾਂਗੀ। ਬੱਚੇ ਬਿਸਤਰੇ 'ਚ ਗੰਦਾ ਪੈਰ ਲੈ ਕੇ ਵੜ ਜਾਂਦੇ ਨਾ, ਇਹਨਾਂ ਨੂੰ ਅਸੀਂ ਮਨਾ ਕਰਦੇ ਆ ਕਿ ਬਿਸਤਰੇ 'ਚ ਗੰਦਾ ਪੈਰ ਲੈ ਕੇ ਨਹੀਂ ਵੜਦੇ ਨਾ। ਇਹ ਕੌਣ ਹੁੰਦੇ ਆ ਕਿ ਸਾਡੀਆਂ ਪੈਲੀਆਂ 'ਚ ਵੜ ਜਾਣ? ਕੇਂਦਰ ਸਰਕਾਰ ਦੇ ਜਿਨ੍ਹਾਂ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੇ ਕਿਸਾਨ ਲੜਾਈ ਲੜ ਰਹੇ ਨੇ, ਕੇਂਦਰ ਦੇ ਮੰਤਰੀਆਂ ਵੱਲੋਂ ਮੀਟਿੰਗ ਦੇ ਦੌਰਾਨ ਸਾਫ਼ ਕਰ ਦਿੱਤਾ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਰੱਦ ਨਹੀਂ ਹੋਣਗੇ। ਤੇ ਹੁਣ ਕਿਸਾਨਾਂ ਵੱਲੋਂ ਵੀ ਮਨ ਬਣਾ ਲਿਆ ਵੀ ਇੱਥੇ ਹੀ ਕੁੰਡਲੀ ਬਾਰਡਰ ਤੇ ਟਿੱਕਰੀ ਬਾਰਡਰ ਤੇ ਆਪੇ ਪੱਕੇ ਧਰਨੇ ਲਾ ਲਏ ਨੇ, ਇੱਥੇ ਹੀ ਘਰ ਬਣਾ ਲਏ ਨੇ। ਕਿਸਾਨ ਆਪਣੇ ਪਰਿਵਾਰਾਂ ਨੂੰ ਲੈ ਕੇ ਇੱਥੇ ਹੀ ਆ ਗਏ ਨੇ। ਕੇਂਦਰ ਸਰਕਾਰ ਜਿਸ ਤਰ੍ਹਾਂ ਕਿਸਾਨਾਂ ਦਾ ਸਬਰ ਪਰਖ ਰਹੀ ਹੈ, ਕਿਸਾਨਾਂ ਦੇ ਹੌਸਲੇ ਤਿਵੇਂ ਬੁਲੰਦ ਹੋ ਰਹੇ ਨੇ, ਦੁੱਗਣੇ ਹੋ ਰਹੇ ਨੇ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ ਅਮਰਜੀਤ ਸਿੰਘ ਜੀ, ਜੋ ਸਾਬਕਾ ਫੌਜੀ ਨੇ, ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਕਿੰਨੀ ਉਮਰ ਹੈ ਜੀ ਤੁਹਾਡੀ? ਮੇਰੀ 85। 85। ਕਿੰਨੀ ਦੇਰ ਤੁਸੀਂ ਨੌਕਰੀ ਕਰੀ ਫੌਜ ਦੇ ਵਿੱਚ? ਕਿਹੜੇ ਕਿਹੜੇ ਮੈਡਲ ਤੁਹਾਨੂੰ ਮਿਲੇ? 22 ਸਾਲ ਕੀਤੀ ਹੈ ਨੌਕਰੀ। ਸੰਨ 62 ਦੇ ਵਿੱਚ ਚਾਈਨਾ ਨਾਲ ਲੜਾਈ ਲੱਗੀ ਆ। ਉਹ ਅਸੀਂ ਸੈਲਾ ਪਹਾੜੀ ਆ, 16,000 ਫੁੱਟ ਹਾਈਟ, ਉਹਦੇ ਉੱਤੇ ਸਾਡੀਆਂ ਤੋਪਾਂ ਲੱਗੀਆਂ ਸੀਗੀਆਂ। ਤੇ ਚਾਈਨਾ ਨੇ ਮਗਰੋਂ ਉੱਥੇ ਕੰਟਰੋਲ ਕਰ ਰਿਹਾ BM ਕੌਲ, ਲੈਫਟੀਨੈਂਟ ਜਨਰਲ, ਤੇ ਉਹਨੇ ਉਹ ਪਿੱਛੋਂ ਦੌੜ ਗਿਆ। ਸਾਡੀ ਸਪਲਾਈ ਟੁੱਟ ਗਈ, ਰਾਸ਼ਨ ਮੁੱਕ ਗਿਆ, ਮਨੀਸ਼ਨ ਮੁੱਕ ਗਿਆ। ਚਾਈਨਾ ਨੇ ਨਾਲੇ ਨਾਲੇ ਆਣ ਕੇ ਸਾਨੂੰ ਘੇਰਾ ਪਾ ਲਿਆ। ਉੱਥੋਂ ਸਾਨੂੰ ਸਾਡੇ CEO ਨੇ ਆਰਡਰ ਦਿੱਤਾ ਵਿਡਰਾ ਹੋਣ ਦਾ ਵਾਸਤੇ। ਮੈਂ ਉਹਲੇ CEO ਦਾ ਡਰਾਈਵਰ ਸੀ। ਥੱਲੇ ਬੰਡੀਲਾ ਆਏ, ਬੰਡੀਲਾ ਇੱਕ ਸ਼ਹਿਰ ਆ, ਉੱਥੇ ਆਏ ਤੇ ਉੱਥੇ CEO ਸਾਹਿਬ ਨੇ ਮੈਨੂੰ ਕਿਹਾ ਕਿ ਅਮਰਜੀਤ ਸਿੰਘ, ਉੱਥੇ ਬ੍ਰਿਗੇਡੀਅਰ ਸਾਹਿਬ ਰਹਿ ਗਏ ਆ, ਉਹਨਾਂ ਨੂੰ ਲੈ ਕੇ ਆਓ। ਜਦੋਂ ਮੈਂ ਲੈਣ ਗਿਆ ਉੱਥੇ, ਤੇ ਉੱਥੇ ਉਹਨਾਂ ਦਾ ਘੇਰਾ ਕਬਜ਼ਾ ਹੋ ਗਿਆ ਸੀ, ਤੇ ਮੈਨੂੰ ਉਹਨਾਂ ਅਰੈਸਟ ਕਰ ਲਿਆ। ਜਦੋਂ ਅਰੈਸਟ ਕਰ ਲਿਆ, ਮੇਰੀਆਂ ਅੱਖਾਂ ਬੰਨ੍ਹ ਲਈਆਂ, ਮੇਰੀ ਪੱਗ ਨਾਲ ਸਟੇਨ ਲੈ ਲਈ, ਮੇਰੇ ਕੋਲ ਗੱਡੀ ਵੀ ਲੈ ਲਈ। ਉੱਥੋਂ ਮੈਨੂੰ ਕਾਫੀ ਦੇਰ ਤੱਕ ਤੋੜ ਕੇ ਖੜਿਆ ਬਰਫ਼ ਦੇ ਉੱਤੇ। ਉੱਥੇ ਜਾ ਕੇ ਸਾਡੇ ਬੂਟ ਵੀ ਲਹਾ ਲਏ, ਜਰਾਬਾਂ ਵੀ ਲਹਾ ਲਈਆਂ। ਹੋਰ ਵੀ ਜਵਾਨ ਅਰੈਸਟ ਹੋਏ ਸੀ। ਫਿਰ ਸਾਨੂੰ ਦਲਾਈ ਲਾਮੇ ਦੀ ਰਾਜਧਾਨੀ 'ਚ ਲੈ ਗਏ ਲਾਸ਼ਾਂ, ਉੱਥੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। 9 ਮਹੀਨੇ ਉੱਥੇ ਰਹੇ। ਉੱਥੇ ਕੁੱਟਦੇ ਵੀ ਰਹੇ, ਉਹ ਮਾਰਦੇ ਵੀ ਰਹੇ। ਫਿਰ ਕੋਲੇ ਢੋਂਦੇ ਸੀ ਸਾਡੇ ਕੋਲ, ਥੱਲਿਓਂ ਪਹਾੜੀ ਦੇ ਕੋਲੇ ਲੈ ਕੇ ਆਉਣਾ। ਸਾਡੇ ਇੱਕ ਕੈਪਟਨ ਸਾਹਿਬ ਸੀ ਸਰਦਾਰ ਜੀ, ਉਹਨੂੰ ਕਹਿੰਦੇ ਵੀ ਕੋਲੇ ਲਿਆ, ਥੱਲਿਓਂ ਬੋਰੀ ਚੁੱਕ ਕੇ। ਉਹ ਕਹਿੰਦਾ ਮੈਂ ਗਸਟਡ ਅਫਸਰ ਆ ਇੰਡੀਆ ਦਾ, ਤੇ ਮੈਂ ਨਹੀਂ ਲਿਆਉਂਗਾ। ਉਹਨਾਂ ਨੇ ਉਹਨੂੰ ਬੜੇ ਤਸੀਹੇ ਦਿੱਤੇ ਹੋਏ। ਤੇ ਫਿਰ ਉਹਨਾਂ ਦੀਆਂ ਬੀਬੀਆਂ ਉੱਥੇ ਡਿਊਟੀ ਕਰਦੀਆਂ ਸੀਗੀਆਂ, ਉਹਨਾਂ ਨੇ ਦੱਸਿਆ ਸਾਨੂੰ ਵੀ ਇੱਦਾਂ ਕਰਕੇ ਕੈਪਟਨ ਸਾਹਿਬ ਨੂੰ ਤਸੀਹੇ ਦੇ ਰਹੇ ਆ। ਅਸੀਂ ਫਿਰ ਉੱਥੇ ਬਗਾਵਤ ਕਰ ਦਿੱਤੀ, ਉਹਨਾਂ ਨੂੰ ਛਡਾਇਆ ਜਾ ਕੇ। ਫਿਰ 9 ਮਹੀਨਿਆਂ ਬਾਅਦ ਵਾਪਸ ਆਏ। ਕਿੱਦਾਂ ਛੱਡਿਆ ਤੁਹਾਨੂੰ ਵਾਪਸ ਉੱਥੋਂ? ਕਿੱਦਾਂ ਫਿਰ ਵਾਪਸ ਆਏ? ਤਾਂ ਸੁਣਨ 'ਚ ਆ ਰਿਹਾ ਕਿ ਉਹਨਾਂ ਨੇ ਕਾਫੀ ਮਾਰਤੇ ਸਾਡੇ ਜਵਾਨ, ਅੱਜ ਤੱਕ ਕਈਆਂ ਦੀ ਲਾਸ਼ਾਂ ਵੀ ਨਹੀਂ ਮਿਲੀਆਂ। ਹਾਂ, ਨਹੀਂ ਮਿਲੀਆਂ। ਕਈ ਉਹਨਾਂ ਨੇ ਮਾਰ ਦਿੱਤੇ, ਕਈ ਰੱਖ ਲਏ। ਤੇ ਜਿਹੜੇ ਜਵਾਨਾਂ ਨੇ ਮਤਲਬ ਕੋਈ ਗੱਲ ਨਹੀਂ ਦੱਸੀ ਇੰਡੀਆ ਦੀ, ਉਹਨਾਂ ਨੂੰ ਮਤਲਬ ਛੱਡਿਆ ਗਿਆ, ਉਹਨਾਂ ਨੂੰ ਛੱਡ ਦਿੱਤਾ ਗਿਆ। ਤੇ ਬਾਪੂ ਜੀ, ਆ ਮੈਡਲ ਜਿਹੜੇ ਹੈਗੇ ਆ, ਕਿਹੜੀ ਜੰਗ ਦੇ ਮਿਲੇ ਹੋਏ ਆ ਇਹ ਮੈਡਲ ਸਾਰੇ? ਇੱਕ ਤੇ ਮੈਡਲ ਚਾਈਨਾ ਦਾ, 2 ਪਾਕਿਸਤਾਨ ਦੀਆਂ ਲੜਾਈਆਂ ਲੜੀਆਂ ਆਣ ਕੇ। ਇੱਕ ਤੇ ਅਸੀਂ ਆਣ ਕੇ ਉੱਥੋਂ ਮਤਲਬ ਇੱਕ ਨਵੀਂ ਯੂਨਿਟ ਖੜੀ ਹੋਈ 222 ਮੀਡੀਅਮ, ਉਹਦੇ ਵਿੱਚ ਮੇਰੀ ਟਰਾਂਸਪੋਰਟ ਕਰ ਦਿੱਤੀ। ਉਹਦੇ ਵਿੱਚੋਂ ਮੈਨੂੰ ਉਧਰੋਂ ਮੈਂ ਗਿਆ, ਉਧਰੋਂ ਲੜਾਈ ਸ਼ੁਰੂ ਹੋ ਗਈ 65 ਦੀ।
ਜਦੋਂ 65 ਦੀ ਲੜਾਈ ਸ਼ੁਰੂ ਹੋ ਗਈ ਸਾਨੂੰ ਆਰਡਰ ਮਿਲ ਗਿਆ ਮੂੰਹ ਦਾ। ਅਸੀਂ ਫਿਰ ਬਾਈ ਟ੍ਰੇਨ ਮਤਲਬ ਆਪਣੇ ਇੱਥੇ ਅੰਬਾਲੇ ਪਹੁੰਚੇ। ਜਦੋਂ ਅੰਬਾਲੇ ਪਹੁੰਚੇ ਸਾਨੂੰ ਫਿਰ ਆਰਡਰ ਮਿਲ ਗਿਆ ਵੀ ਤੁਸੀਂ ਪਠਾਨਕੋਟ ਸੈਕਟਰ ਤੇ ਜਾਓਗੇ। ਬਾਪੂ ਜੀ ਗੱਲ ਪੁੱਛਣਾ ਚਾਹੁੰਦਾ, ਜਿਸ ਦੇਸ਼ ਦੀ ਸੁਰੱਖਿਆ ਵਾਸਤੇ, ਜਿਸ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਇੰਨੀਆਂ ਜੰਗਾਂ ਲੜੀਆਂ, ਇੰਨੇ ਤਸੀਹੇ ਝੱਲੇ, ਅੱਜ ਉਸੇ ਦੇਸ਼ ਦੀ ਸਰਕਾਰ ਨੂੰ ਕਿਸਾਨਾਂ ਵੱਲੋਂ ਜਿਹੜੀ ਹੈਗੀ ਕਿਸਾਨ ਵਿਰੋਧੀ ਸਰਕਾਰ ਦੱਸਿਆ ਜਾ ਰਿਹਾ, ਕਿਸਾਨਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ, ਤੁਸੀਂ ਵੀ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਹੋ। ਕਿਵੇਂ ਦੇਖਦੇ ਹੋ ਸਰਕਾਰਾਂ ਨੂੰ, ਇਹਨਾਂ ਨੂੰ? ਕਿਉਂਕਿ ਤੁਹਾਡੇ ਹੀ ਜਿਹੜੇ ਹੈਗੇ ਆ ਪੁੱਤ ਆ, ਦੇਸ਼ ਦੀਆਂ ਸਰਹੱਦਾਂ ਤੇ ਰਾਖੀਆਂ ਕਰ ਰਿਹਾ, ਤੇ ਅੱਜ ਤੁਹਾਨੂੰ ਇੱਥੇ ਰੁਲਣਾ ਪੈ ਰਿਹਾ। ਦੇਖੋ ਜੀ, ਮੈਂ ਨਹਿਰੂ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਸਾਰੇ ਦੇਖੇ ਆ, ਕੋਈ ਪ੍ਰਧਾਨ ਮੰਤਰੀ ਇੰਨਾ ਦਾ ਕਰੈਕਟ ਨਹੀਂ ਹੈਗਾ। ਜਿਹੜਾ ਸੀਗਾ ਆਪਣਾ ਡਾਕਟਰ ਮਨਮੋਹਨ ਸਿੰਘ, ਉਹ ਤੋਂ ਬਾਅਦ ਇਹ ਆਏ, ਇਹਨਾਂ ਨੇ ਆਣ ਕੇ ਰੰਗਜ਼ੇਬ ਵਾਲਾ ਕੰਮ ਸ਼ੁਰੂ ਕਰ ਦਿੱਤਾ। ਜਿੱਦਾਂ ਰੰਗਜ਼ੇਬ ਕਹਿੰਦਾ ਮੈਂ ਸਵਾ ਜਮਣ ਜਨੇਊ ਲਾ ਕੇ ਤੇ ਰੋਟੀ ਖਾਣੀ ਆ, ਤੇ ਫਿਰ ਸਾਡੇ ਗੁਰੂ ਨੂੰ ਕੁਰਬਾਨੀ ਦੇਣੀ ਪਈ ਰੰਗਜ਼ੇਬ ਨੂੰ, ਹੈ ਕੁਰਬਾਨੀ ਦੀ। ਹੁਣ ਮੇਰਾ ਤੇ ਇਹੋ ਮਨ ਵੱਜਦਾ ਵੀ ਇੱਥੇ ਵੀ ਕੁਰਬਾਨੀ ਦੇਣੀ ਪੈਣੀ ਆ, ਫੇਰ ਹੀ ਇਹ ਰੰਗਜ਼ੇਬ ਨੇ ਆਖੇ ਲੱਗਣਾ। ਬਿਲਕੁਲ, ਜਿਸ ਤਰ੍ਹਾਂ ਸਾਡਾ ਇਤਿਹਾਸ ਰਿਹਾ ਸਿੱਖ ਕੌਮ ਦਾ, ਸ਼ਹੀਦੀਆਂ ਦਿੱਤੀਆਂ ਗਈਆਂ, ਜਿੰਨੀਆਂ ਸ਼ਹੀਦੀਆਂ ਹੋਈਆਂ, ਤਿਵੇਂ ਸਾਡਾ ਜਿਹੜਾ ਹੈਗਾ ਧਰਮ ਵੱਧਦਾ ਫੁੱਲਦਾ ਸ਼ਹੀਦੀਆਂ ਦੇ ਨਾਲ, ਇਹ ਇਤਿਹਾਸ ਰਿਹਾ ਸਾਡਾ। ਮੈਂ ਇਹਨਾਂ ਨੂੰ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦਾ ਵਾਂ ਵੀ ਸਾਡਾ ਇਤਿਹਾਸ ਪੜ੍ਹ ਕੇ ਵੇਖ ਲਾ, ਅਸੀਂ ਮੱਸੇ ਰੰਗੜ ਨੂੰ ਨਹੀਂ ਛੱਡਿਆ, ਅਹਿਮਦ ਸ਼ਾਹ ਅਬਦਾਲੀ ਨੂੰ ਨਹੀਂ ਛੱਡਿਆ, ਅਸੀਂ ਮੰਨੂ ਨੂੰ ਨਹੀਂ ਛੱਡਿਆ, ਅਸੀਂ ਫਿਰ ਜਨਰਲ ਡਾਇਰ ਨੂੰ ਨਹੀਂ ਛੱਡਿਆ, ਅਸੀਂ ਇੰਦਰਾ ਵੀ ਨਹੀਂ ਛੱਡੀ, ਉਹਨੂੰ ਵੀ ਸੋਧਿਆ। ਤੇ ਹੁਣ ਉਹ ਨਾ ਹੋਵੇ ਕਿਤੇ ਉਹ ਮੌਕਾ ਆ ਜਾਵੇ, ਤੇ ਇਸ ਕਰਕੇ ਅਸੀਂ ਇਹਦੇ ਗਾੜੀ ਬੇਨਤੀ ਕਰਦੇ ਆ, ਬਈ ਰਿਕਵੈਸਟ ਕਰਨੇ ਆ ਵੀ ਤੂੰ ਸਾਡੇ ਹੱਕ ਸਾਨੂੰ ਦੇ ਦੇ ਤੇ ਅਸੀਂ ਵਾਪਸ ਘਰਾਂ ਨੂੰ ਜਾਈਏ। ਬਿਲਕੁਲ, ਬੜੇ ਸੰਜਮ ਦੇ ਨਾਲ, ਬੜੇ ਜਿਹੜੀ ਹੈਗੀ ਸਹਿਣਸ਼ੀਲਤਾ ਦੇ ਨਾਲ ਇਹ ਸੰਘਰਸ਼ ਲੜਿਆ ਜਾ ਰਿਹਾ, ਬਿਲਕੁਲ ਸ਼ਾਂਤੀ ਦੇ ਨਾਲ। ਤੇ ਕਿਵੇਂ ਦੇਖਦੇ ਹੋ ਹੁਣ ਤੱਕ ਜੋ ਲੜਾਈ ਲੜੀ ਜਾ ਰਹੀ ਆ, ਕਿਵੇਂ ਦੇਖਦੇ ਤੁਸੀਂ ਫੌਜ ਦੇ ਵਿੱਚ ਕਿੰਨੀਆਂ ਜੰਗਾਂ ਲੜੀਆਂ, ਅੱਗੇ ਇਸ ਨੂੰ ਜਿੱਤਣ ਵਾਸਤੇ ਕੀ ਰਣਨੀਤੀ ਹੋਣੀ ਚਾਹੀਦੀ, ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਤੇ ਅਸੀਂ ਫੌਜ ਦੇ ਵਿੱਚ ਤੇ ਜੰਗਾਂ ਜਿਹੜੀਆਂ ਜਿੱਤੀਆਂ ਉਹ ਜਿੱਤ ਪ੍ਰਾਪਤ ਕੀਤੀ ਆ ਤਿੰਨਾਂ ਜੰਗਾਂ ਦੇ ਵਿੱਚ, ਤੇ ਅਸੀਂ ਇਹ ਸ਼ਾਂਤੀ ਪ੍ਰੂਫ ਆ। ਜਿਹੜੇ ਸਾਡੇ ਲੀਡਰ ਆ, ਕਿਸਾਨ ਲੀਡਰ, ਉਹ ਜਿੱਦਾਂ ਵੀ ਹੁਕਮ ਦੇਣਗੇ ਉਹਨੇ ਹੁਕਮ ਦੇ ਅਨੁਸਾਰ ਅਸੀਂ ਚੱਲਾਂਗੇ। ਬਿਲਕੁਲ। ਹੋਰ ਪਰਿਵਾਰ ਕੌਣ ਆਇਆ ਜੀ ਤੁਹਾਡੇ ਨਾਲ? ਦੇਖੋ ਜੀ, ਇੱਕ ਮੇਰੀ ਨੂੰਹ ਆਈ ਆ, ਤੇ ਇੱਕ ਪੋਤਾ ਵਾ, ਇੱਕ ਪੋਤੀ ਆ, ਇੱਕ ਮੇਰੀ ਨੂੰਹ ਚਲੇ ਗਈ ਆ, ਤੇ ਇੱਕ ਬੇਟਾ ਵੀ ਚਲ ਗਿਆ ਵਾ। ਤੁਸੀਂ ਵੀ ਕਿੰਨੀ ਖੇਤੀ ਹੈਗੀ ਕਰਦੇ ਹੋ ਪਿੱਛੇ? ਹਾਂਜੀ, ਕਿੰਨੀ ਖੇਤੀ ਕਰਦੇ ਹੋ? ਇਹ ਖੇਤੀ ਕਿੰਨੀ ਜ਼ਮੀਨ ਤੇ ਖੇਤੀ? 4 ਕਿੱਲੇ। 4 ਕਿੱਲੇ। ਹਾਂ, ਤੁਹਾਨੂੰ ਵੀ ਕਿਤੇ ਨਾ ਕਿਤੇ ਫਿਕਰ ਆ ਕਿ ਤੁਹਾਡੇ 4 ਕਿੱਲੇ ਜਿਹੜੇ ਹੈਗੇ ਆ, ਉਹ ਨਾ ਹੋਵੇ ਸਾਡੇ ਪੋਤੇ ਸਾਨੂੰ ਬਾਅਦ 'ਚ ਗਾਲਾਂ ਕੱਢਣ। ਤਾਂ ਹੀ ਇਹਨਾਂ ਨੂੰ ਨਾਲ ਦਿਖਾਉਣ ਵਾਸਤੇ ਲਿਆਂਦਾ ਵੀ ਆਹ ਦੇਖੋ ਆਹ ਕੁਝ ਹੋ ਰਿਹਾ। ਕਿਉਂਕਿ ਇਹ ਯਾਦ ਰੱਖਣ ਵੀ ਸਾਡੇ ਦਾਦੇ ਨੇ ਵੀ ਇਸ ਦੇ ਵਿੱਚ ਹਿੱਸਾ ਪਾਇਆ ਵਾ। ਹਾਂ ਬਿਲਕੁਲ, ਜਿਵੇਂ ਫੌਜ ਦੇ ਵਿੱਚ ਜੰਗਾਂ ਲੜੀਆਂ ਵੀ ਆ ਵੀ ਜੰਗ ਦੇ ਵਿੱਚ ਦਾਦਾ ਜੀ ਗਏ ਸੀ। ਹਾਂਜੀ, ਇਹ ਵੀ ਜੰਗ 'ਚ ਗਏ ਸੀਗੇ। ਕੀ ਨਾਮ ਹੈ ਬੇਟੇ? ਹਰਸ਼ਪ੍ਰੀਤ ਕੌਰ। ਤੁਸੀਂ ਆਏ ਹੋ ਤੇ ਘਰ ਤੋਂ ਜਿਹੜਾ ਹੈਗਾ ਕਿ ਡਰ ਨਹੀਂ ਲੱਗਿਆ ਤੁਹਾਨੂੰ? ਇੱਥੇ ਆਨੀ ਆਰਮੀ ਲੱਗੀ, ਫੌਜ ਲੱਗੀ ਹੋਈ ਹੈ। ਨਹੀਂ, ਸਾਨੂੰ ਕੋਈ ਡਰ ਨਹੀਂ ਲੱਗਿਆ, ਅਸੀਂ ਆਪਣੇ ਹੱਕ ਲੈਣ ਲਈ ਆਏ ਤੇ ਹੱਕ ਲੈ ਕੇ ਜਾਵਾਂਗੇ। ਕਿਹੜੇ ਹੱਕ ਤੁਸੀਂ ਮੰਨਦੇ ਹੋ ਕਿ ਜਿਹੜਾ ਕਿਹੜੇ ਕਾਨੂੰਨ ਲਾਗੂ ਕਰ ਰਹੀ ਸਰਕਾਰ? 3 ਕਾਲੇ ਕਾਨੂੰਨ ਲਾਗੂ ਕਰ ਰਹੀ ਹੈ ਤੇ ਉਹ ਆਪਾਂ ਰੱਦ ਕਰਵਾ ਕੇ ਜਾਣੇ ਆ। ਤੇ ਮੋਦੀ ਸਰਕਾਰ ਤਾਂ ਕਹਿ ਰਹੀ ਆ, ਬੀਜੇਪੀ ਸਰਕਾਰ ਤਾਂ ਕੱਲ ਕਹਿਤਾ ਵੀ ਅਸੀਂ ਨਹੀਂ ਰੱਦ ਕਰਨੇ ਹੈਗੇ। ਜਿੰਨੇ ਤੱਕ ਨਹੀਂ ਕਰਨਗੇ ਆਪਾਂ ਇੱਥੇ ਹੀ ਰਵਾਂਗੇ, ਆਪਾਂ ਜਾਵਾਂਗੇ ਹੀ ਨਹੀਂ, ਕੀ ਕਰ ਲੈਣਗੇ ਫਿਰ? ਪੜ੍ਹਾਈ ਦਾ ਕਿੱਦਾਂ ਹੋਊ? ਪਿੱਛੇ ਸਕੂਲ ਖੋਲ੍ਹਤੇ ਆ ਪੰਜਾਬ ਸਰਕਾਰ ਨੇ, ਤਾਂ ਸਕੂਲ ਸ਼ੁਰੂ ਕਰਤੇ। ਕੋਈ ਗੱਲ ਨਹੀਂ, ਸਾਡੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ। ਆਪਾਂ ਹੁਣ ਥੋੜੇ ਦਿਨ ਪਹਿਲੇ ਸਾਡੇ ਪੇਪਰ ਖਤਮ ਹੋਏ ਆ, ਇੱਥੇ ਪੇਪਰ ਦਿੱਤੇ ਆਪਾਂ। ਹਾਂ, ਕੱਲ ਹੀ ਪੇਪਰ ਖਤਮ ਹੋਏ ਆ, ਇੱਥੇ ਆਪਾਂ ਪੇਪਰ ਦਿੱਤੇ ਸਾਰੇ। ਮੋਰਚੇ ਤੇ ਪੇਪਰ ਦਿੱਤੇ ਹੋਰੇ? ਹਾਂਜੀ, ਮੋਰਚੇ ਤੇ ਸਾਰੇ ਪੇਪਰ ਦਿੱਤੇ ਆ। ਚੋਰੀ ਘਰ ਬਣਾ ਲਿਆ ਹੁਣ ਪੱਕਾ? ਹਾਂਜੀ, ਇੱਥੇ ਘਰ ਬਣਾ ਲਿਆ, ਕਮਰਾ ਵੀ ਮਿਲ ਗਿਆ, ਸਾਰਾ ਕੁਝ ਹੈਗਾ ਹੈ, ਇੱਥੇ ਹੀ ਰਹਿਣਾ ਹੁਣ ਆਪਾਂ। ਮੈਨੂੰ ਲੱਗਦਾ ਵੀ ਦਾਦਾ ਜੀ ਨੂੰ ਕਿਤੇ ਇਹ ਨਾ ਵੀ ਪਲਾਟ ਲੈ ਕੇ ਦੇਣਾ ਪਵੇ, ਇੱਥੇ ਤੁਹਾਨੂੰ ਪੱਕਾ ਹੀ ਹਾਂਜੀ, ਸਾਨੂੰ ਕਮਰਾ ਮਿਲ ਗਿਆ ਇੱਥੇ ਇੱਕ, ਤੇ ਉੱਥੇ ਹੀ ਆਪਾਂ ਰਹਿੰਦੇ ਆ। ਦਿਲ ਲੱਗ ਗਿਆ ਉਹਨਾਂ ਨੂੰ? ਹਾਂਜੀ, ਬਹੁਤ ਵਧੀਆ ਸਾਰਾ ਕੁਝ ਇੱਥੇ, ਤੇ ਆਪਾਂ ਆਪਣੇ ਹੱਕ ਲੈ ਕੇ ਜਾਵਾਂਗੇ, ਇਦਾਂ ਨਹੀਂ ਜਾਣਾ। ਇਦਾਂ ਨਹੀਂ ਜਾਣਾ। ਕੀ ਬਾਤ ਆ, ਦੇਖੋ ਛੋਟੇ ਬੱਚਿਆਂ ਨੇ ਹੌਸਲੇ ਬੁਲੰਦ। ਕੀ ਨਾਮ ਆ ਬੇਟਾ? ਤਨਵੀਰ ਸਿੰਘ। ਤੁਸੀਂ ਵੀ ਮੋਰਚੇ ਵਿੱਚ ਲੜਾਈ ਲੜਨਾ ਹੈ? ਹਾਂਜੀ ਦਾਦੇ ਦੇ ਨਾਲ, ਮੰਮੀ ਪਾਪਾ ਦੇ ਨਾਲ? ਹਾਂਜੀ। ਫਿਰ ਸਰਕਾਰ ਤਾਂ ਕਹਿੰਦੀ ਅਸੀਂ ਨਹੀਂ ਵਾਪਸ ਕਰਨੇ ਕਾਨੂੰਨ। ਆਪਾਂ ਕਰਾਣੇ ਆ। ਕਰਵਾਣੇ ਆ। ਕਿੱਦਾਂ ਫਿਰ ਜਾ ਕੇ ਫਿਰ ਜਦੋਂ ਮੋਦੀ ਸਾਹਿਬ ਨੂੰ ਕਿਆ ਕਹਿਣਾ ਚਾਹੁੰਦੇ ਆ ਵੀ ਇੰਨੇ ਕਿਸਾਨ ਜਿਹੜੇ ਸੜਕਾਂ ਤੇ ਠੰਡ ਦੇ ਵਿੱਚ ਬੈਠੇ ਹੋ, ਕੀ ਕਹਿਣਾ ਚਾਹੁੰਦੇ ਹੋ ਵੀ ਉਹਨਾਂ ਨੂੰ ਘਰ ਭੇਜ ਦਿਓ? ਹਾਂਜੀ।
ਬਿਲਕੁਲ ਜੀ, ਇਹਨਾਂ ਦੇ ਬਾਬਾ ਜੀ ਦੇ ਨੂੰਹ ਵੀ ਆਏ ਹੋਏ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਹਰਜੀਤ ਕੌਰ ਹੈ ਮੇਰਾ ਨਾਮ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਕਿੰਨੀ ਦੇਰ ਤੋਂ ਆਏ ਹੋ? ਮੈਂ ਜੀ 3 ਤਰੀਕ ਦੇ ਆਏ ਹੋਏ ਹਾਂ, 3 ਜਨਵਰੀ ਦੇ। ਹਾਂਜੀ। ਤੁਸੀਂ ਪੂਰਾ ਪਰਿਵਾਰ ਲੈ ਕੇ ਆਏ ਹੋ, ਡਰ ਨਹੀਂ ਲੱਗਿਆ ਇੱਥੇ ਵੀ ਮਾਹੌਲ ਖਰਾਬ ਹੋ ਸਕਦਾ ਹੈ? ਨਹੀਂ ਜੀ, ਕੋਈ ਡਰ ਨਹੀਂ, ਕਿਉਂਕਿ ਸਾਡੀ ਤੇ ਕੌਮ ਹੀ ਮਤਲਬ ਹੈਗੀ ਸ਼ਹਾਦਤਾਂ ਵਾਲੀ ਆ। ਸਾਨੂੰ ਕੋਈ ਨਹੀਂ ਪਰਵਾਹ ਹੈਗੀ, ਕਿਉਂਕਿ ਮਰਨਾ ਤਾਂ ਇੱਕ ਦਿਨ ਹੈ ਨਾ, ਇੱਕ ਦਿਨ ਮੌਤ ਤੇ ਆਉਣੀ ਆ। ਤੇ ਕਿਉਂ ਨਾ ਆਪਾਂ ਆਪਣੇ ਦੇਸ਼ ਕੌਮ ਦੇ ਵਾਸਤੇ, ਆਪਣੇ ਕਿਸਾਨ ਵੀਰਾਂ ਵਾਸਤੇ ਜੇ ਅਸੀਂ ਕਿਸੇ ਕੰਮ ਆ ਸਕੀਏ ਤੇ ਨਾ ਉਹੀ ਚੰਗਾ ਰਹੇਗਾ। ਬਿਲਕੁਲ, ਸਾਡਾ ਤਾਂ ਇਤਿਹਾਸ ਰਿਹਾ ਵੀ ਜਿਹੜੀਆਂ ਮਾਤਾਵਾਂ ਨੇ ਬੱਚਿਆਂ ਦੇ ਟੁਕੜੇ ਪਵਾ ਕੇ ਗਲਾਂ ਦੇ ਵਿਚਾਰ ਪਵਾਏ। ਦੇਖੋ, ਮੈਂ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਘਰੋਂ ਪੁੱਛਿਆ ਸੀਗਾ ਕਿ ਦੇਖੋ ਬੇਟਾ, ਉੱਥੇ ਸਾਨੂੰ ਸੱਟਾਂ ਵੀ ਲੱਗ ਸਕਦੀਆਂ, ਸਾਨੂੰ ਗੋਲੀ ਵੀ ਚੱਲ ਸਕਦੀ ਆ, ਤੇ ਅਸੀਂ ਘਰ ਵਾਪਸ ਵੀ ਨਹੀਂ ਆ ਸਕਦੇ, ਹੈਨਾ। ਐਦਾਂ ਹੋ ਸਕਦਾ ਆ, ਇਹ ਵੀ ਹੋ ਸਕਦਾ ਕਿ ਸਾਨੂੰ ਭੁੱਖੇ ਵੀ ਰਹਿਣਾ ਪਵੇ। ਪਰ ਬੱਚੇ ਕਹਿੰਦੇ ਸੀ ਕਿ ਅਸੀਂ ਜਾਣਾ ਆ, ਜੇ ਆਪਾਂ ਮਰ ਜਾਵਾਂਗੇ ਤੇ ਕੋਈ ਗੱਲ ਨਹੀਂ। ਮੰਮਾ, ਮੇਰੀ ਬੇਟੀ ਨੇ ਬੋਲਿਆ ਸੀਗਾ ਕਿ ਮੰਮਾ ਜੇ ਗੋਲੀ ਚੱਲੇਗੀ ਤੇ ਸਭ ਤੋਂ ਅੱਗੇ ਮੈਂ ਹੋਵਾਂਗੀ। ਇਹਨਾਂ ਮਾਤਾ ਜੀ, ਮਤਲਬ ਆਪ ਪੂਰਾ ਤਿਆਰੀ ਕਰਕੇ ਆਏ ਹੋ ਵੀ ਆਰ ਪਾਰ ਦੀ ਲੜਾਈ ਹੈਗੀ ਆ, ਜਿੱਤ ਕੇ ਆਵਾਂਗੇ? ਹਾਂਜੀ ਹਾਂਜੀ, ਜਿੱਤ ਕੇ ਆਵਾਂਗੇ। ਸਾਨੂੰ ਵਿਸ਼ਵਾਸ ਆ, ਸਾਨੂੰ ਪਤਾ ਆ ਕਿ ਕਿੰਨਾ ਕੁ ਚਿਰ ਮੋਦੀ ਸਾਡੇ ਅੱਗੇ ਟਿਕ ਜਾਏਗਾ। ਸਾਨੂੰ ਪਤਾ ਆ ਮੋਦੀ ਸਾਹਿਬ ਨੂੰ ਆਪਾਂ ਤੇ ਚੈਲੰਜ ਹੀ ਕਰਦੇ ਆ ਕਿ ਕਰ ਲਾ ਜੋ ਕਰਨਾ ਆ, ਕੋਈ ਗੱਲ ਨਹੀਂ। ਕਿੰਨੀ ਕੁ ਦੇਰ ਤੱਕ ਤੁਸੀਂ ਆਪਣੇ ਇਰਾਦਿਆਂ ਤੇ ਤੁਸੀਂ ਕਾਇਮ ਰਹੋਗੇ? ਤੇ ਆਪਾਂ ਉਹ 7 ਸਾਲ ਨਹੀਂ ਝੁਕਿਆ, ਤੇ ਸਾਡਾ ਇਤਿਹਾਸ ਗਵਾਇਆ ਕਿ ਅਸੀਂ 550 ਸਾਲ ਨਹੀਂ ਝੁਕੇ। ਅੱਜ ਤੱਕ ਨਹੀਂ ਝੁਕੇ। ਅੱਜ ਤੱਕ ਨਹੀਂ ਝੁਕੇ। 550 ਸਾਲ ਹੋ ਗਏ ਬਾਬਾ ਨਾਨਕ ਜੀ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਨਹੀਂ ਝੁਕੇ। ਇਹਨੂੰ ਤਾਂ ਸਿਰਫ 7 ਸਾਲ ਹੋਏ ਨੇ, ਸਾਨੂੰ 550 ਸਾਲ ਹੋ ਗਏ ਨੇ। ਕੀ ਲੱਗਦਾ ਕੇਂਦਰ ਸਰਕਾਰ ਜਿਹੜਾ ਹੈਗਾ ਕਿਸਾਨਾਂ ਦਾ ਜਾਂ ਪੰਜਾਬੀਆਂ ਦਾ ਸਬਰ ਪਰਖ ਰਹੀ ਆ? ਲਗਾਤਾਰ ਤਰੀਕਾਂ ਦੇ ਜਾ ਰਹੇ, ਤਰੀਕਾਂ ਦੇ। ਹਾਂਜੀ ਜੀ ਜੀ ਜੀ, ਇਹ ਤੇ ਸਿਰਫ ਸਾਡਾ ਸਬਰ ਹੀ ਪਰਖ ਰਹੀ ਆ। ਉਹਨੂੰ ਵੀ ਪਤਾ ਆ ਕਿ ਮੈਨੂੰ ਝੁਕਣਾ ਪੈਣਾ ਆ, ਲੇਕਿਨ ਪਤਾ ਨਹੀਂ ਉਹ ਕਿਹੜੀ ਗੱਲੋਂ ਮਜਬੂਰ ਆ। ਦੂਸਰਾ, ਉਹੀ ਆਪਾਂ ਸਨੀ ਦਿਓਲ ਨੂੰ ਜਿਤਾਇਆ ਸੀ, ਗੁਰਦਾਸਪੁਰ ਤੋਂ ਅਸੀਂ ਆਏ ਆ, ਸਨੀ ਦਿਓਲ ਨੂੰ ਜਿਤਾਇਆ ਸੀ। ਬਸ ਉਹੀ ਵਾਲਾ ਡਾਇਲੋਗ ਜਿਹੜਾ ਤਾਰੀਖ ਪੇ ਤਾਰੀਖ, ਉਸ ਇੱਕ ਡਾਇਲੋਗ ਹੈਗਾ ਨਾ ਉਹਦਾ, ਮੈਨੂੰ ਤਾਂ ਫਿਲਮ ਦਾ ਨਾਮ ਭੁੱਲ ਗਿਆ ਹੁਣ, ਪਰ ਉਹੀ ਉਹ ਬਸ ਉਹ ਤੇ ਉਹਨਾਂ ਦੇ ਕੋਲੋਂ ਹੀ ਉਹਨੇ ਸਿੱਖ ਲਿਆ ਕਿ ਮੈਂ ਤਾਰੀਖ ਪੇ ਤਾਰੀਖ ਡਾਲੀ ਜਾਉਂ, ਹੈ ਨਾ। ਤੇ ਆਪ ਹੁਣ ਛੁਪ ਕੇ ਬੈਠ ਗਿਆ ਆ। ਪੰਜਾਬ ਦਾ ਪੁੱਤ ਹੋਣ ਦੇ ਨਾਤੇ ਵੀ ਉਹਨੇ ਸਾਡੀ ਮਦਦ ਨਹੀਂ ਕੀਤੀ। ਉਹ ਇੱਕ ਗਦਾਰ ਹੈਗਾ ਆ, ਠੀਕ ਹੈ ਨਾ। ਉਦੋਂ ਤੇ ਬੜੀਆਂ ਰੈਲੀਆਂ ਕੱਢਦਾ ਸੀ ਸਾਡੇ ਗੁਰਦਾਸਪੁਰ ਦੇ ਵਿੱਚ ਆ ਕੇ ਕਿ ਮੈਂ ਤੁਹਾਡੇ ਨਾਲ ਖੜਾਂਗਾ, ਕਿਉਂਕਿ ਉਹਨੇ ਗਰੀਬੀ ਨਹੀਂ ਦੇਖੀ ਹੈਗੀ। ਸਨੀ ਦਿਓਲ ਨੇ ਗਰੀਬੀ ਨਹੀਂ ਦੇਖੀ, ਤੇ ਇਸ ਕਰਕੇ ਉਹ ਮੋਦੀ ਸਰਕਾਰ ਦੇ ਨਾਲ ਰਲ ਗਿਆ ਆ। ਤੇ ਕਹਿੰਦੇ ਸੀ ਕਿ ਮੋਦੀ ਚਾਹ ਬਣਾਉਣ ਵਾਲਾ ਆ, ਤੇ ਮੋਦੀ ਮੈਨੂੰ ਨਹੀਂ ਲੱਗਦਾ ਕਿਤੇ ਚਾਹ ਚੂ ਉਹਨੇ ਬਣਾਈ ਹੋਊਗੀ। ਜੇ ਉਹਨੇ ਕਿਤੇ ਗਰੀਬੀ ਦੇਖੀ ਹੁੰਦੀ ਤੇ ਉਹਨੂੰ ਇਹ ਸਾਰੇ ਕਿਸਾਨ ਵੀਰਾਂ ਦਾ ਦੁੱਖ ਦਿਖਣਾ ਸੀਗਾ, ਕਿਉਂਕਿ ਆਪਾਂ ਕਿਸਾਨ ਹੈਗੇ ਆ, ਅਸੀਂ ਕਿਸਾਨ ਆ। ਪਰ ਆਪਾਂ ਆਪਣੀ ਲੜਾਈ ਨਹੀਂ ਲੜ ਰਹੇ, ਅਸੀਂ ਸਾਰੇ ਆਪਣੇ ਵੀਰਾਂ ਦੀ ਜਿਹੜੇ ਆਪਣੇ ਮਜ਼ਦੂਰ ਹੈਗੇ ਨੇ, ਬਾਕੀ ਜਿੰਨੇ ਵੀ ਕਾਰੋਬਾਰੀ ਹੈਗੇ ਨੇ, ਸਾਰਿਆਂ ਦੀ ਲੜਾਈ ਲੜ ਰਹੇ ਆ, ਹੈ ਨਾ। ਆਪਾਂ ਤੇ ਚਲੋ ਸਾਡੇ ਘਰ ਦੀ ਖੇਤੀ ਹੁੰਦੀ ਆ, ਆਪਾਂ ਆਪਣਾ ਚੌਲ ਆਟਾ ਦਾਲ ਸਭ ਕੁਝ ਘਰ ਦਾ ਪੈਦਾ ਕਰਕੇ ਆਪਾਂ ਤੇ ਕਰ ਲਵਾਂਗੇ, ਚਲ ਕੋਈ ਗੱਲ ਨਹੀਂ। ਪਰ ਇਹ ਲੋਕ ਕਿਵੇਂ 150 ਰੁਪਏ ਕਿਲੋ ਆਟਾ ਲੈ ਕੇ ਖਰੀਦ ਕੇ ਖਾਣਗੇ? ਤੁਸੀਂ ਗੁਰਦਾਸਪੁਰ ਦੇ ਹੋ, ਤੁਸੀਂ ਲੋਕਾਂ ਨੇ ਵੋਟਾਂ ਪਾਈਆਂ, ਸਨੀ ਦਿਓਲ ਨੂੰ ਜਿਤਾਇਆ, ਮੁੜ ਕੇ ਕਦੀ ਸਨੀ ਦਿਓਲ ਆਇਆ ਕਿ ਹੁਣ ਜਿਹੜਾ ਕਾਨੂੰਨਾਂ ਨੂੰ ਲੈ ਕੇ ਕਦੀ ਆਇਆ ਤੁਹਾਡੇ ਕੋਲ ਵੀ ਆਓ ਸਾਡੀ ਗੱਲ, ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲ ਕਰਵਾ ਕੇ ਤੁਹਾਡੇ ਕਾਨੂੰਨ ਰੱਦ ਕਰਵਾ ਦਿੰਦੇ? ਨਹੀਂ ਜੀ ਨਹੀਂ, ਉਹ ਤੇ ਬਿਲਕੁਲ ਨਹੀਂ ਆਇਆ। ਉਹਨੇ ਤੇ ਸਾਫ਼ ਹੀ ਮਨਾ ਕਰ ਦਿੱਤਾ ਕਿ ਕਿਸਾਨ ਹੀ ਨਹੀਂ ਹੈਗੇ, ਹੈ ਨਾ। ਉਹਨੂੰ ਲੱਗਦਾ ਹੈ ਕਿ ਕਿਸਾਨ ਪਤਾ ਨਹੀਂ ਉਹ ਮਾੜੇ ਮੋਟੇ ਪਾਟੇ ਫਾਟੇ ਕੱਪੜੇ ਪਾ ਕੇ ਹੀ ਕਿਸਾਨ ਹੁੰਦੇ ਨੇ। ਉਹਨੂੰ ਨਹੀਂ ਪਤਾ ਕਿ ਕਿਸਾਨ ਮਜ਼ਦੂਰੀ ਕਰਕੇ, ਆਪਣੀ ਮਿਹਨਤ ਕਰਕੇ ਇੱਕ ਚੰਗਾ ਉਹਨਾਂ ਦਾ ਇੱਕ ਵੱਖਰਾ ਵੀ ਲਿਬਾਸ ਹੈ ਨਾ। ਜੇ ਉਹ ਖੇਤਾਂ ਵਿੱਚ ਮਜ਼ਦੂਰੀ ਕਰਦੇ ਨੇ ਤੇ ਉਹ ਬਾਹਰ ਵੀ ਆਪਣੀਆਂ ਵੱਡੀਆਂ ਗੱਡੀਆਂ, ਲਗਜ਼ਰੀ ਗੱਡੀਆਂ ਤੇ ਵੀ ਘੁੰਮਦੇ ਨੇ, ਹੈ ਨਾ। ਆਪਣੀ ਮਿਹਨਤ ਕਰਦੇ ਆ, ਕੋਈ ਸਾਡਾ 2 ਨੰਬਰ ਦਾ ਧੰਦਾ ਨਹੀਂ ਹੁੰਦਾ ਹੈਗਾ। ਇੱਕ ਕਿਸਾਨੀ ਹੀ ਸੱਚਾ ਹੈ ਕਾਰੋਬਾਰ ਆ, ਠੀਕ ਹੈ ਨਾ। ਤੇ ਇਹਦੇ ਵਿੱਚ ਆਪਾਂ ਕਿਸੇ ਨਾਲ ਕੋਈ 2 ਨੰਬਰ ਦਾ ਕੰਮ ਕਰ ਹੀ ਨਹੀਂ ਸਕਦੇ। ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ? 26 ਤਰੀਕ ਜਿਹੜੀ ਹੈਗੀ ਆ ਟਰੈਕਟਰ ਮਾਰਚ ਰੱਖਿਆ ਗਿਆ, 15 ਤਰੀਕ ਇਹਨਾਂ ਨੇ ਰੱਖੀ ਆ। ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਕਾਨੂੰਨ ਰੱਦ ਨਹੀਂ ਕਰਨੇ ਆ, ਕਾਨੂੰਨ ਸਹੀ ਆ, ਤੇ ਦੂਜੇ ਪਾਸੇ ਫਿਰ 15 ਤਰੀਕ ਰੱਖ ਦਿੱਤੀ ਆ। ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਸਰਕਾਰ? ਦੇਖੋ ਜੀ, ਇਹਨੇ 26 ਜਨਵਰੀ ਤੋਂ ਪਹਿਲੇ ਮੰਨਣਾ ਹੀ ਨਹੀਂ ਹੈਗਾ। ਇਹ ਸਾਡੇ ਸਬਰ ਦਾ ਇਮਤਿਹਾਨ ਲੈ ਰਹੇ ਨੇ, ਠੀਕ ਹੈ ਨਾ। ਸਬਰ ਦਾ ਇਮਤਿਹਾਨ ਲੈ ਰਹੇ ਨੇ। ਤੇ ਹੁਣ ਆਪਾਂ ਥੋੜੇ ਦਿਨ ਤੱਕ 18 ਤਰੀਕ ਨੂੰ ਸ਼ਾਇਦ ਸਾਡੇ ਵੀਰਾਂ ਨੇ ਸਲਾਹ ਬਣਾਈ ਹੋਈ ਕਿ ਵੂਮੈਨ ਨੇ ਅਸੀਂ ਰੈਲੀ ਕਰਨੀ ਹੈਗੀ ਆ। ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਸਾਡਾ ਜੋਸ਼ ਕਿੰਨਾ ਆ। ਇਹ ਨਹੀਂ ਆ ਅਸੀਂ ਤੇ ਬੱਚੇ ਬਿਸਤਰੇ 'ਚ ਗੰਦਾ ਪੈਰ ਲੈ ਕੇ ਵੜ ਜਾਂਦੇ ਨਾ, ਇਹਨਾਂ ਨੂੰ ਅਸੀਂ ਮਨਾ ਕਰਦੇ ਆ ਕਿ ਬਿਸਤਰੇ 'ਚ ਗੰਦਾ ਪੈਰ ਲੈ ਕੇ ਨਹੀਂ ਵੜਦੇ ਨੇ। ਇਹ ਕੌਣ ਹੁੰਦੇ ਆ ਕਿ ਸਾਡੀਆਂ ਪੈਲੀਆਂ 'ਚ ਵੜ ਜਾਣ, ਹੈ ਨਾ। ਅਸੀਂ ਇਹਨਾਂ ਨੂੰ ਪੈਲੀਆਂ ਦਾ ਕੀ, ਇਹਨਾਂ ਨੂੰ ਆਪਣੇ ਪਿੰਡ 'ਚ ਵੀ ਨਹੀਂ ਵੜਨ ਦਿਆਂਗੇ, ਇਹਨਾਂ ਦੀਆਂ ਲੱਤਾਂ ਤੋੜ ਦਿਆਂਗੇ ਅਸੀਂ ਤੇ। ਬਿਲਕੁਲ ਬੇਟੇ,
ਜੇ ਉਰੇ ਮਾਹੌਲ ਖਰਾਬ ਹੋ ਗਿਆ 26 ਤੋਂ ਪਹਿਲਾਂ ਗੋਲੀ ਚੱਲ ਗਈ ਆ ਫਿਰ ਕੀ ਕਰੋਗੇ? ਕੋਈ ਨਹੀਂ, ਆਪਾਂ ਸਭ ਤੋਂ ਪਹਿਲਾਂ ਹੋਵਾਂਗੇ। ਅਸੀਂ ਅੱਗੇ 19 ਵਾਰ ਦਿੱਲੀ ਜਿੱਤੀ ਹੈ, ਇਸ ਵਾਰ 20 ਵਾਰ ਵੀ ਜਿੱਤ ਕੇ ਹੀ ਜਾਵਾਂਗੇ, ਇਦਾਂ ਘਰ ਨੂੰ ਨਹੀਂ ਜਾਵਾਂਗੇ। ਬਿਲਕੁਲ ਜੀ ਬਾਪੂ ਜੀ, ਬਹੁਤ ਹੌਸਲੇ ਬੁਲੰਦ ਆ ਤੁਹਾਡੇ ਪਰਿਵਾਰ ਦੇ ਜਿਹੜੇ ਹੈਗੇ ਮੋਰਚੇ ਨੂੰ ਲੈ ਕੇ। ਅੰਤ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਿ ਜਿਹੜਾ ਸਬਰ ਪਰਖਿਆ ਜਾ ਰਿਹਾ ਕਿਸਾਨਾਂ ਦਾ? ਬੀਜੇਪੀ ਦੇ ਜਿਹੜੇ ਲੀਡਰ ਆ, ਬੀਜੇਪੀ ਦੇ ਲੀਡਰ ਉਹ ਕਹਿ ਰਹੇ ਆ ਕਿ ਇਹ ਤਾਂ ਕਿਸਾਨ ਹੀ ਨਹੀਂ ਹੈਗੇ ਆ, ਪੰਜਾਬ ਦੇ ਜਿਹੜੇ ਹੈਗੇ ਚਾਰ ਥੋੜੇ ਜਿਹੇ ਬੰਦੇ ਆ ਇਹੀ ਬੋਲਦੇ ਆ, ਦੇਸ਼ ਭਰ ਦੇ ਕਿਸਾਨ ਸਾਡੇ ਨਾਲ ਆ, ਇਹ ਕਹਿ ਰਹੇ ਬੀਜੇਪੀ ਦੇ ਲੀਡਰ। ਅਸੀਂ ਇਹ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇ ਤੂੰ 26 ਜਨਵਰੀ ਤੋਂ ਪਹਿਲਾਂ ਸ਼ਰਤਾਂ ਮੰਨ ਲੈ ਸਾਡੀਆਂ ਰੱਦ ਕਰ ਦੇ ਤੇ ਠੀਕ ਆ, ਨਹੀਂ ਤੇ 26 ਜਨਵਰੀ ਨੂੰ ਅਸੀਂ ਉੱਥੇ ਦਿੱਲੀ 26 ਜਨਵਰੀ ਮਨਾਵਾਂਗੇ। ਟਰੈਕਟਰ ਟਰਾਲੀਆਂ ਬੱਚੇ ਸਭ ਉੱਥੇ ਜਾਣਗੇ, ਕੋਈ ਇੱਥੇ ਮਗਰ ਨਹੀਂ ਰਹੇਗਾ। ਤੇ ਸੋ ਬਿਲਕੁਲ ਜੀ, ਇੱਕ ਮਿੰਟ। ਹਾਂਜੀ ਹਾਂਜੀ, ਦੇਖੋ ਅਸੀਂ ਜਾਂ ਜਿੱਤਾਂਗੇ ਜਾਂ ਮਰਾਂਗੇ। ਸਾਡਾ ਇੱਕੋ ਹੀ ਨਾਰਾ ਹੈ ਇਸ ਟਾਈਮ, ਜਾਂ ਜਿੱਤਾਂਗੇ ਜਾਂ ਮਰਾਂਗੇ, ਬਸ। ਬਿਲਕੁਲ ਭੈਣ ਜੀ, ਜਿਸ ਤਰ੍ਹਾਂ ਕਿਸਾਨਾਂ ਨੇ ਇੱਕ ਜਿਹੜਾ ਹੈਗਾ ਕਿਹਾ ਹੋਇਆ ਕਿ ਸਾਡੇ ਕਾਨੂੰਨ ਰੱਦ ਕਰੋ, ਸਰਕਾਰ ਕਹਿੰਦੀ ਨਹੀਂ ਕਰਨੀ, ਤੇ ਹੁਣ ਵਿੱਚ ਇੱਕ ਧਾਰਮਿਕ ਜਿਹੜੇ ਲੋਕ ਆ ਉਹ ਵਿਚੋਲਗਿਰੀ ਦਾ ਕੰਮ ਕਰਨ ਲੱਗ ਗਏ ਬਿਨਾਂ ਜਾਂ ਤਾਂ ਕਿਸਾਨਾਂ ਨੇ ਕਿਸੇ ਨੇ ਕਿਹਾ ਨਹੀਂ, ਉਹ ਕਹਿੰਦੇ ਅਸੀਂ ਵਿਚੋਲਗਿਰੀ ਕਰਦੇ, ਉਹ ਕਹਿੰਦੇ ਕਿਸਾਨਾਂ ਨੂੰ ਵੀ ਝੁਕਣਾ ਚਾਹੀਦਾ, ਸਰਕਾਰ ਨੂੰ ਵੀ ਝੁਕਣਾ ਚਾਹੀਦਾ। ਕਿਵੇਂ ਦੇਖਦੇ ਹੋ ਧਾਰਮਿਕ ਸ਼ਖਸੀਅਤਾਂ ਨੂੰ ਕਿ ਇਸ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜੋ ਹੋ ਰਿਹਾ ਉਸ ਨੂੰ ਦੇਖਦੇ ਹੋ, ਕਿਵੇਂ ਦੇਖਦੇ ਹੋ? ਦੇਖੋ ਜੀ, ਝੁਕਣ ਝੁਕਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ, ਕਿਉਂਕਿ ਜੇ ਝੁਕਣਾ ਹੁੰਦਾ ਅੱਜ ਸਾਨੂੰ 46 ਦਿਨ ਹੋ ਗਏ ਨੇ ਇੱਥੇ, ਹੈ ਨਾ, ਤੇ ਜੇ ਝੁਕਣਾ ਹੁੰਦਾ 2-4 ਦਿਨ ਦੇ ਵਿੱਚ ਝੁਕ ਜਾਣਾ ਸੀਗਾ। ਤੇ ਹੁਣ ਤਾਂ ਮਤਲਬ ਹੀ ਨਹੀਂ ਕੋਈ ਕਿ ਆਪਾਂ ਝੁਕ ਜਾਈਏ, ਕੋਈ ਮਤਲਬ ਨਹੀਂ ਆ। ਇੱਧਰ ਉੱਧਰ ਦੀਆਂ ਗੱਲਾਂ ਨੇ, ਜੋ ਕਰੀ ਜਾਂਦੇ ਨੇ ਸੋ ਕਰੀ ਜਾਣ, ਕੋਈ ਗੱਲ ਨਹੀਂ। ਪਰ ਹੁਣ ਸਾਡਾ ਇਰਾਦੇ ਜਿਹੜੇ ਆ, ਜਿੰਨੇ ਦਿਨ ਵੱਧ ਰਹੇ ਨੇ ਉਹਨੇ ਇਰਾਦੇ ਮਜ਼ਬੂਤ ਹੋ ਰਹੇ ਨੇ। ਬਿਲਕੁਲ ਜੀ, ਕਿਸਾਨਾਂ ਦੇ ਪਰਿਵਾਰ ਇੱਥੇ ਆ ਚੁੱਕੇ ਨੇ, ਉਹਨਾਂ ਦਾ ਕਹਿਣਾ ਕਿ ਹੌਸਲੇ ਬੁਲੰਦ ਆ, ਜਿੱਤਾਂਗੇ ਜਾਂ ਮਰਾਂਗੇ, ਉਸ ਤੋਂ ਇਲਾਵਾ ਕੋਈ ਗੱਲ ਨਹੀਂ ਆ। 26 ਤਰੀਕ ਨੂੰ ਦਿੱਲੀ ਦੇ ਲਾਲ ਕਿਲੇ ਦੇ ਉੱਤੇ 26 ਜਨਵਰੀ ਟਰੈਕਟਰਾਂ ਦੇ ਉੱਤੇ ਜਾ ਕੇ ਮਨਾਉਣਗੇ। ਦਿੱਲੀ ਸਰਕਾਰ ਨੂੰ ਇਹ ਚੈਲੰਜ ਵੀ ਕੀਤਾ ਹੈ ਕਿ ਉਸ ਤੋਂ ਪਹਿਲਾਂ ਅਗਰ ਰੱਦ ਕਰ ਦਿੰਦੀ ਦਿੱਲੀ ਸਰਕਾਰ, ਬੀਜੇਪੀ ਸਰਕਾਰ, ਤਾਂ ਠੀਕ ਹੈ, ਨਹੀਂ 26 ਤਰੀਕ ਨੂੰ ਜੋ ਇਤਿਹਾਸ ਰਚਿਆ ਜਾਣਾ ਹੈ ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ, ਉਹ ਪੂਰਾ ਵਰਲਡ ਦੇਖੇਗਾ ਤੇ ਬੀਜੇਪੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ। ਤੇ ਹੁਣ ਦੇਖਣਾ ਹੋਵੇਗਾ ਕਿ 15 ਤਰੀਕ ਦੀ ਮੀਟਿੰਗ ਦੇ ਦੌਰਾਨ ਕੇਂਦਰ ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੀ ਜੋ ਆਵਾਜ਼ ਹੈ ਉਸ ਨੂੰ ਸੁਣਦੇ ਹੋਏ ਕਾਨੂੰਨਾਂ ਨੂੰ ਰੱਦ ਕਰਦੀ ਹੈ ਜਾਂ ਫਿਰ ਕਿਸਾਨਾਂ ਨੂੰ 26 ਦੇ ਸੰਘਰਸ਼ ਲਈ ਮਜਬੂਰ ਕਰੇਗੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਆਕਾਸ਼ ਮਾਹੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ।